2 ਹਲਟ ਚੱਲ ਰਹੇ। ਠੀਕ ਹੋ ਗਿਆ। ਇਹ ਜਿਹੜੀ ਡੱਲ ਹੁੰਦੀ ਨਾ ਸਾਡੇ ਕੋਲ ਹੈ ਉਹ ਜਲਦੀ ਉਹ ਜਿਹੜਾ ਤੁਸੀਂ ਡਬਲ ਖੂਹ ਵਾਲੀ ਗੱਲ ਕਰਦੇ ਹੋ ਨਾ, ਉਹ ਜ਼ਮੀਨ ਸਾਡੇ ਕੋਲ ਹੈ। ਉਹ ਜ਼ਮੀਨ ਸਾਡੇ ਕੋਲ ਹੈ। ਹਾਂਜੀ, ਉਹ ਖੂਹ ਵੈਸੇ ਬੰਦ ਹੋ ਗਿਆ। ਖੂਹ ਦਾ ਅਸੀਂ ਅਸਾਂ ਇੱਕ ਡੱਲ ਦੀ ਸ਼ਕਲ 'ਚ ਵੇਖਿਆ ਸਾਂ, ਉਸ ਤੋਂ ਪਹਿਲੇ ਉਹ ਬੰਦ ਹੋ ਗਿਆ। ਫਿਰ ਉਹ ਅਸੀਂ ਖੂਹ ਚੱਲਦਾ ਨਹੀਂ ਵੇਖਿਆ। ਅਸੀਂ ਕਰਤਾਰਪੁਰ ਤੋਂ ਤਕਰੀਬਨ ਮੇਰਾ ਖਿਆਲ 25 ਕਿਲੋਮੀਟਰ ਹੋਣਗੇ ਟੋਟਲ। ਬਿਲਕੁਲ ਲਾਗੇ ਆ। ਅਸੀਂ ਕਰਤਾਰਪੁਰ ਦੇ ਬਿਲਕੁਲ ਲਾਗੇ ਆ। ਜਦੋਂ ਤੁਸੀਂ ਕਰਤਾਰਪੁਰ ਆਓ ਨਾ, ਸਾਨੂੰ ਕਾਲ ਕਰਨੀ ਹੈ ਤੁਸੀਂ, ਅਸੀਂ ਲੋਕ ਉੱਥੇ ਮਿਲਾਂਗੇ। ਮੈਂ ਕਾਫੀ ਦਫਾ ਸੁਣਿਆ ਜਿਹੜਾ ਉਹ ਮੋਚੀ ਸੀ ਨਾ, ਨਿਜ਼ਾਮਦੀਨ ਦੇ ਬੇਟਾ, ਉਹ ਗੱਲਾਂ ਕਰਦਾ ਹੈ। ਉਹ ਗੱਲਾਂ ਕਰਦਾ ਸੀ ਕਿ ਇੱਥੇ ਫੌਜਾ ਸਿੰਘ ਤੇ ਇੱਕ ਹੋਰ ਕਿਸੇ ਤੁਹਾਡੇ ਬਰਾਦਰੀ ਦਾ ਕਿਸੇ ਬੰਦੇ ਦਾ ਨਾਂ ਲੈਂਦੇ ਸਨ ਤੇ ਉਹ ਹੁਣ ਪਤਾ ਨਹੀਂ, ਉਹ ਮੈਨੂੰ ਨਾਮ ਭੁੱਲ ਯਾਦ ਨਹੀਂ ਆਉਂਦਾ। ਫੌਜਾ ਸਿੰਘ ਦਾ ਯਾਦ ਮੈਨੂੰ ਨਾਂ ਯਾਦ ਹੈ। ਉਹ ਬੜਾ ਲੈਂਦੇ ਸਨ। ਇਹ ਉਹ ਕਹਿੰਦੇ ਇਹ ਦੋਵੇਂ ਸਰਦਾਰ ਜਿਹੜੇ ਨਾ, ਇਹ ਸਰਪੰਚ ਸਨ ਹੁੰਦੇ। ਤੁਸੀਂ ਆਓ ਜੀ, ਅਸੀਂ 100 ਬਿਸਮਿਲ੍ਲਾ, ਅਸੀਂ ਬੜੇ ਖੁਸ਼ ਹਾਂ। ਲੈ ਕੇ ਜਾਓ ਸਾਡੇ ਕੋਲ। ਤੁਸੀਂ ਇਹ ਨਹੀਂ ਸਮਝਣਾ ਕਿ ਵੀ ਇਹ ਪਤਾ ਨਹੀਂ ਜਾਣ ਪਛਾਣ ਕਰਨਗੇ ਜਾਂ ਨਹੀਂ। ਅਸੀਂ ਬੜੇ ਖੁਸ਼ ਹੋਵਾਂਗੇ। ਪੂਰਾ ਪਿੰਡ ਤੁਹਾਡਾ ਇਸਤਕਬਾਲ ਕਰੇਗਾ। ਇਕੱਠੇ ਨਾ ਠੀਕ ਹੋ ਗਿਆ ਬਾਪੂ ਜੀ, ਬਹੁਤ ਸੋਹਣਾ ਲੱਗਾ ਜੀ ਗੱਲ ਕਰਕੇ। ਤੁਹਾਡੇ ਨਾਲ ਬਹੁਤ ਵਧੀਆ ਲੱਗਾ, ਨਜ਼ਾਰਾ ਆ ਗਿਆ। ਦੇਖੋ ਜੀ, ਪੁਰਾਣੀ ਧਰਤੀ ਦੇਖੋ ਜੀ, ਇਸ ਸਮੇਂ ਗੱਲ ਇਸ ਤਰ੍ਹਾਂ ਹੀ ਅੱਗੇ ਗੱਲ ਕਰਦੇ ਨੇ। ਭਾਵੇਂ ਪਾਕਿਸਤਾਨ ਭਾਰਤ ਇੰਡੀਆ ਦੋ ਬਣਦੇ, ਭਾਵੇਂ ਜਿੱਥੇ ਜਿੱਥੇ ਲੋਕ ਪੈਂਦੇ ਆ, ਗੱਲ ਨਹੀਂ ਚਾਹੀਦੀ ਇਹਨਾਂ ਲੋਕਾਂ ਨੂੰ। ਇਹ ਅੰਗਰੇਜ਼ਾਂ ਸਰਕਾਰ ਨੇ ਗਲਤ ਕੀਤਾ ਕੰਮ, ਜਿਹੜੇ ਠਾ ਕੇ ਲੋਕ ਉਧਰ ਉਧਰ ਹੀ ਖਰਾਬ ਕੀਤਾ, ਭਲਾ ਕੀਤਾ। ਹੁਣ ਵੀ ਬਾਹਰ ਅੱਲਾ ਕਰੇ, ਪਰਮਾਤਮਾ ਕਰੇ ਕਿ ਦੇਖੋ ਮੁਲਕ ਜਿਹੜਾ ਨਾ ਭਾਈ ਆਉਂਦੇ ਜਾਂਦੇ ਰਹੀ ਹੈ, ਏਦਾਂ ਚੱਲੇ ਦਾ ਜਾਓ। ਬਿਲਕੁਲ ਇਸ ਤਰ੍ਹਾਂ ਚੱਲੇ ਆਪਣਾ, ਆਉਣ ਜਾਣ ਗੱਡੀਆਂ ਹੁਣ ਆਉਣ ਜਾਣ। ਇਹ ਜੀ ਲਿਖਿਆ ਵੀ ਆਪਣਾ ਅਲਾਮਾ ਇਕਬਾਲ ਪਬਲਿਕ ਸਕੂਲ ਫੱਤਾ। ਹਾਂ, ਸਭ ਕੁਝ ਦੀ ਕੋਸ਼ਿਸ਼ ਕੀਤੀ ਤੁਸੀਂ ਜਾਣਨ ਦੀ ਕਿ ਫੱਤਾ ਭੁੱਟਾ ਦੋ ਭਾਈ ਸਨ। ਬੇਸਿਕਲੀ ਤਸਮੀਆਂ ਅਸੀਂ ਇਹ ਜੋ ਸੁਣਿਆ ਹੈ ਕਿ ਫੱਤਾ ਤੇ ਭੁੱਟਾ ਇਹ ਦੋ ਭਾਈ ਹੋਏ ਨੇ। ਠੀਕ ਹੈ। ਫੱਤਾ ਵੀ ਉਹ ਆਪਣਾ ਇੱਕ ਸਰਦਾਰ ਸਾਹਿਬ ਉਹਨਾਂ ਦੇ ਨਾਂ ਤੋਂ ਸੀ। ਭੁੱਟਾ ਵੀ ਸਰਦਾਰ ਸਾਹਿਬ ਦੇ ਨਾਂ ਤੋਂ ਫਤਿਹ ਸਿੰਘ ਹੋਏਗਾ। ਅੱਛਾ, ਠੀਕ। ਤੇ ਭੁੱਟਾ ਵੀ ਸਰਦਾਰ। ਲੋ ਜੀ, ਦੋਏ ਪਿੰਡ ਜਿਹੜੇ ਨੇ ਦੋਏ ਸਰਦਾਰ ਸਨ। ਉਹਨਾਂ ਨੇ ਇਸ ਪਿੰਡ ਦਾ ਨੀਂਹ ਪੱਥਰ ਰੱਖਿਆ, ਉਹਨਾਂ ਨੇ ਪਿੰਡ ਵਸਾਇਆ ਹੈ। ਕਿਸੇ ਦੌਰ 400 ਸਾਲ ਪਿੱਛੇ ਟੁਰ ਜਾਓ, 500 ਸਾਲ। ਸਰ ਇਹ ਜਿਹੜੀ ਜਗ੍ਹਾ ਹੈ ਨਾ, ਇਹ ਜਗ੍ਹਾ ਖੂਹ ਦੀ। ਅੱਛਾ, ਇਹ ਜਗ੍ਹਾ ਠੀਕ ਹੋ। ਇਹ ਜਗ੍ਹਾ ਖੂਹ ਦੀ ਹੈ। ਸਾਈਡ ਤੇ ਨਹੀਂ ਹੈ ਉਦੋਂ ਨਹੀਂ, ਇਸ ਪਾਸੇ ਜ਼ਿਆਦਾ ਸੀ। ਇਸ ਪਾਸੇ ਘਰ ਵੇਖਣ ਰਾਹ ਨਹੀਂ ਜਾਂਦਾ ਸੀ। ਥੋੜੀ ਇਧਰੋਂ ਕਰ ਮਹਾ ਦਿਓ, ਕੋਈ ਗੱਲ ਨਹੀਂ। ਕੋਈ ਨਹੀਂ ਮਸਲਾ। ਇਹ ਜਗ੍ਹਾ ਖੂਹ ਦੀ ਹੈ। ਇਹ ਜਗ੍ਹਾ ਅਸਲ ਜਿਹੜੀ ਜਗ੍ਹਾ ਹੈ ਨਾ, ਹਾਂ, ਇਹ ਖੂਹ ਸੀ। ਇੱਥੇ 2 ਹਲਟ ਚੱਲਦੇ ਸਨ ਜੀ। ਦੁਹਾਟਾ ਖੂਹ ਨੂੰ ਕਿਹਾ ਜਾਂਦਾ। ਹਾਂਜੀ, अस्सलामुअलैकुम जी, सत श्री अकाल, प्रणाम दोस्तों। मैं तुहाडा अपना बेली मित्र खादम हुसैन। अज असी एक नवी कहानी दे नाल तुहाडी खिदमत दे विच हाज़र हां। अज दोस्तों असी पहुंचे हां जी पिंड फत्ता भुट्टा। 2 पिंड ने जी, लेकिन नाम जिहड़े इन्हां पिंडां दे इकट्ठे वजदे। तहसील पसरूर ते जिला सियालकोट। ते अज असी जिन्हां दी क़यादत च इस पिंड दी हिस्टरी टटोलन फरोलन जा रहे हैं। चौधरी उस्मान गुज्जर साहब शहर पसरूर तो साडे नाल जुड़े हुए ने। ते इन्हां दा पिंड जिहड़ा जी 2 घर ने जी इन्हां दे। एक शहर पसरूर च जिहड़ा इन्हां नूं जद्दी घर तुसीं कह लो, ओह है जी भुल्लर रोई वाला, जिथे असी डॉक्यूमेंटरी बनाई सी इन्हां दे छोटे भाई चौधरी उमर साहब दे नाल रल के। अज असी चौधरी उस्मान साहब की खिदमात नूं लैंदे होया पिंड फत्ता भुट्टा दे विच हाज़र होए हां। लओ जी, जो सब नूं पुछने इस पिंड दी जिहड़ी पिंड जिहड़ा लोकेटेड किस एरिया दे विच दी लोकेशन की है।
अस्सलाम वालेकुम चो साहब, ਵਾਲੇਕੁਮ ਸਲਾਮ ਜੀ। ਕੀ ਹਾਲ ਜੀ? ਠੀਕ ਹੋ? ਅੱਲਾ ਦਾ ਸ਼ੁਕਰ ਹੈ, ਠੀਕ ਠਾਕ। ਚੋ ਸਾਹਿਬ, ਸਭ ਤੋਂ ਪਹਿਲੇ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰਨੇ ਹਾਂ, ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਕੀਮਤੀ ਟਾਈਮ ਕੱਢਿਆ, ਸਾਡੇ ਨਾਮੇ ਲਾਇਆ। ਚੋ ਸਾਹਿਬ, ਦੱਸੋ ਸਾਨੂੰ ਪਿੰਡ ਫੱਤਾ ਭੁੱਟਾ ਦੇ ਬਾਰੇ। ਇਹ ਪਿੰਡ ਕਿਸ ਰੂਟ ਤੇ ਆਬਾਦ ਹੈ? ਇਹ ਬਿਲਕੁਲ ਕੋਲੋਂ ਦੀ ਸਾਡੇ ਨਾਲ ਰੋਡ ਵੀ ਗੁਜ਼ਰ ਰਿਹਾ। ਫੱਤਾ ਭੁੱਟਾ ਜਿਹੜਾ ਹੈ ਪਸਰੂਰ ਨਾਰਵਾਲ ਰੋਡ ਤੇ ਤਕਰੀਬਨ 9 ਕਿਲੋਮੀਟਰ ਤੇ ਉੱਤੇ ਬਾਅਦ ਦੱਖਣ ਵਾਲੇ ਪਾਸੇ, ਠੀਕ ਹੈ। ਸੜਕ ਤੋਂ ਕੋਈ 5-7 ਕਿੱਲੇ ਜਾਂ ਅੱਧਾ ਕਿਲੋਮੀਟਰ ਹਟਵਾ ਪਿੰਡ ਹੈ ਜੀ। ਤੇ ਇਸ ਪਿੰਡ ਦੇ ਵਿੱਚ ਹੁਣ 95% ਲੋਕ ਜਿਹੜੇ ਨੇ ਉਹ ਜੰਮੂ ਕਸ਼ਮੀਰ ਦੇ ਮਹਾਜਰ ਗੁਜਰ ਬਰਾਦਰੀ ਦੇ ਬਾਅਦ ਨੇ। ਠੀਕ ਹੈ, ਹਾਂਜੀ, ਠੀਕ ਹੈ। ਤੇ ਇਹ ਜਿਹੜਾ ਰੂਟ ਸਾਨੂੰ ਨਜ਼ਰ ਆ ਰਿਹਾ, ਇਸ ਪਿੰਡ ਤੋਂ ਸਿਰਫ 1.5 ਕਿਲੋਮੀਟਰ ਅੱਗੇ ਕਿਲਾ ਸੋਭਾ ਸਿੰਘ ਹੈ, ਜਿਹਦਾ ਨਾਂ ਹੁਣ ਕਿਲਾ ਅਹਿਮਦਾਬਾਦ ਦੇ ਪੁਰਾਣਾ ਨਾਂ ਇਹਦਾ ਕਿਲਾ ਸੋਭਾ ਸਿੰਘ ਹੈ। ਠੀਕ ਹੈ, ਠੀਕ ਹੈ। ਤੇ ਇਹ ਰੋਡ ਸਾਨੂੰ ਲਿੰਕ ਕਰਦਾ ਜੀ ਪਸੂਰ ਸਿਟੀ ਟੂ ਪਸੂਰ ਸਿਟੀ ਟੂ ਨਾਰਵਾਲ ਸਿਟੀ। ਠੀਕ ਹੈ, ਠੀਕ ਹੈ। ਤੇ ਬਿਲਕੁਲ ਜੀ ਤਕਰੀਬਨ ਕੋਈ ਅੱਧਾ ਕਿਲੋਮੀਟਰ ਦੇ ਅੱਧਾ ਫਾਸਲੇ ਕਿਲੋਮੀਟਰ ਤੇ। ਹੈ ਜੀ, ਬਿਲਕੁਲ। ਠੀਕ ਹੈ। ਤੇ ਉਹ ਵੀ ਮੇਰਾ ਖਿਆਲ ਹੈ ਆਂਦਿਆਂ 5-7 ਸਾਲਾਂ ਦੇ ਵਿੱਚ ਐਡਾ ਡਿਸਟੈਂਸ ਹੈ ਖਤਮ ਹੋ ਜਾਣਾ ਵੇ, ਕਿਉਂਕਿ ਇੱਥੋਂ ਤੱਕ ਆਬਾਦੀ ਆ ਗਈ ਜੀ ਫਤਿਹ ਭੁੱਟੇ ਦੀ। ਇਹ ਤੁਹਾਨੂੰ ਜਿਹੜੀ ਬਿਲਡਿੰਗਾਂ ਨਜ਼ਰ ਆ ਰਹੀਆਂ ਨੇ, ਇਹ ਫੱਤਾ ਪਿੰਡ ਦੀਆਂ ਬੇਸਿਕਲੀ। ਇਹ ਘਰ ਬੂਏ ਨੇ, ਡੇਰੇ ਡੱਲੇ ਨੇ, ਲੋਕਾਂ ਨੇ ਬਣਾਏ। ਠੀਕ ਹੈ ਜੀ। ਤੇ ਅਰਮਿੰਦਰ ਸਿੰਘ ਵਿਰਕ ਸਾਡੇ ਵੀਰ ਚੜ੍ਹਦੇ ਪੰਜਾਬ ਵੱਲੋਂ ਸਾਨੂੰ ਜਿਨ੍ਹਾਂ ਰਿਕੁਐਸਟ ਕੀਤੀ ਚੋ ਸਾਹਿਬ, ਉਹਨਾਂ ਦੀ ਰਿਕੁਐਸਟ ਤੇ ਅਸੀਂ ਅੱਜ ਇਸ ਪਿੰਡ ਦੇ ਵਿੱਚ ਆਏ ਹਾਂ। ਸਰਦਾਰ ਫੌਜਾ ਸਿੰਘ ਦਾ ਪਿੰਡ ਸੀ ਹੈ ਤੇ ਭੂਰੇਵਾਲ ਸਾਹਿਬ ਕਾਸ ਨੂੰ ਜੀ ਭੂਰੇਵਾਲ ਖਵਾਉਂਦੇ ਸਨ ਜੀ। ਤੇ ਦੁਹਾਟੇ ਵਾਲਾ ਖੂਹ, ਉੱਥੇ ਉਹਨਾਂ ਦੀ ਵਾਹੀ ਬੀਜੀ ਸੀ। ਤੇ ਸਾਰੀਆਂ ਗੱਲਾਂ ਬਾਤਾਂ ਪੁੱਛਨੇ ਆ ਪਿੰਡ 'ਚ ਜਾ ਕੇ, ਪਤਾ ਕਰਨੇ ਕੋਈ ਜੱਦੀਆਂ 'ਚ ਕੋਈ ਮਿਲ ਗਿਆ ਤਾਂ ਬੜਾ ਵਧੀਆ ਰਹੇਗਾ ਜੀ। ਸਾਰੀਆਂ ਪੁਰਾਣੀਆਂ ਗੱਲਾਂ ਇਹਨਾਂ ਤੋਂ ਪੁੱਛਾਂਗੇ। ਠੀਕ ਹੈ ਜੀ। ਲੋ ਜੀ, ਇਹ ਰਿਹਾ ਜੀ ਪਿੰਡ ਫੱਤਾ ਭੁੱਟਾ। ਤੇ ਇਹ ਜਿਹੜਾ ਮੈਂ ਤੁਹਾਨੂੰ ਵਿਊ ਦਿਖਾ ਰਿਹਾ, ਯਾਦ ਰਹੇ ਜੀ, ਇਹ ਪਿੰਡ ਖਾਲੀ ਫੱਤਾ ਭੁੱਟਾ ਇਹਦੀ ਅਗਲੀ ਸਾਈਡ ਤੇ ਵੇ। ਐਸੇ ਪਿੰਡ 'ਚ ਹੀ ਰਸਤਾ ਨਿਕਲਦਾ ਵਾ। ਓਕੇ। ਇਹ ਤਹਿਸੀਲ ਪਸੂਰ ਦਾ ਆਖਰੀ ਪਿੰਡ ਹੈ। ਅੱਛਾ, ਤਹਿਸੀਲ ਪਸੂਰ ਦਾ ਆਖਰੀ ਪਿੰਡ ਹੈ, ਠੀਕ ਜ਼ਿਲ੍ਹਾ ਹੈ। ਸਿਆਲਕੋਟ ਦਾ ਆਖਰੀ ਪਿੰਡ ਹੈ। ਇਹ ਬਾਅਦ ਜ਼ਿਲ੍ਹਾ ਨਾਰੋਵਾਲ, ਤਹਿਸੀਲ ਨਾਰੋਵਾਲ ਸ਼ੁਰੂ ਹੋ ਜਾਂਦੀ ਹੈ। ਵਾਹ ਜੀ ਵਾਹ। ਲੋ ਜੀ, ਇੱਕ ਹੋਰ ਬੜੀ ਸੋਹਣੀ ਗੱਲ ਐਡ ਕੀਤੀ, ਨਵੀਂ ਗੱਲ, ਕਿ ਤਹਿਸੀਲ ਪਸਰੂਰ ਦੇ ਆਖਰੀ ਪਿੰਡਾਂ 'ਚ ਦਾ ਸ਼ੁਮਾਰ ਹੈ ਜੀ। ਇਹ ਤੋਂ ਅੱਗੇ ਜਿਹੜਾ ਜ਼ਿਲ੍ਹਾ ਵੇ ਉਹ ਨਾਰਵਾ ਸ਼ੁਰੂ ਹੋ ਜਾਂਦਾ। ਬਹੁਤ ਸ਼ੁਕਰੀਆ। ਉਹ ਫੋਤ ਹੋ ਗਏ ਨੇ, ਉਹਨਾਂ ਚ ਕੋਈ ਰਿਹਾ ਨਹੀਂ। ਹਾਂ, ਬਹੁਤ ਮਸ਼ਹੂਰ ਆ। ਉਹਨਾਂ ਦਾ ਨਾਮ ਬੜਾ ਸੁਣਿਆ ਸੀ ਬਜ਼ੁਰਗਾਂ ਦਾ, ਖੋਜਾ ਸਿੰਘ ਦਾ ਨਾ। ਕਿਹੜਾ ਗੁਰਦੁਆਰਾ? ਹਾਂਜੀ, ਹੈ ਵੇ ਨਾਲ ਉਹ ਸੋਭਾ ਸਿੰਘ ਦਾ ਕਿਲਾ ਹੈ, ਕਿਲਾ ਸੋਭਾ ਸਿੰਘ। ਹਾਂ, ਉਹ ਕਸਬਾ ਹੈ, ਕਾਫੀ ਵੱਡਾ ਕਸਬਾ ਹੈ ਕਿਲਾ ਸੋਭਾ ਸਿੰਘ ਦਾ। ਨਹੀਂ, ਹਵੇਲੀ ਦੇ ਵਿੱਚ ਖੂਹ ਸੀ, ਫਤਿਹ ਚ। ਹਾਂਜੀ, ਪਿੰਡ ਦੇ ਵਿੱਚ ਖੂਹ ਹੈ ਸੀ। ਅੱਛਾ, ਇਹਦਾ ਜਿੱਥੇ ਮੋਲਵੇ ਦਾ ਘਰ ਹੈ। ਹਾਂਜੀ, ਠੀਕ ਹੋ ਗਿਆ। ਉਸ ਖੂਹ ਦਾ ਨਾਮ ਕੋਈ ਹੈ ਸੀ? ਉਹ ਖੂਹ ਦਾ ਕੋਈ ਨਾਮ ਤੁਹਾਨੂੰ ਕੋਈ ਯਾਦ ਹੋਇਆ? ਦੁਆਟਾ ਦੋਹਲ ਚੱਲ ਰਹੇ। ਠੀਕ ਹੋ ਗਿਆ। ਇਹ ਜਿਹੜੀ ਡੱਲ ਹੁੰਦੀ ਨਾ ਸਾਡੇ ਕੋਲ ਹੈ, ਉਹ ਚੱਲਦੀ ਸੀ। ਉਹ ਜਿਹੜਾ ਤੁਸੀਂ ਡਬਲ ਖੂਹ ਵਾਲੀ ਗੱਲ ਕਰਦੇ ਹੋ ਨਾ, ਉਹ ਜ਼ਮੀਨ ਸਾਡੇ ਕੋਲ ਹੈ। ਉਹ ਜ਼ਮੀਨ ਸਾਡੇ ਕੋਲ ਹੈ। ਹਾਂਜੀ, ਉਹ ਖੂਹ ਵੈਸੇ ਬੰਦ ਹੋ ਗਿਆ। ਖੂਹ ਦਾ ਅਸੀਂ ਅਸਾਂ ਇੱਕ ਡੱਲ ਦੀ ਸ਼ਕਲ 'ਚ ਵੇਖਿਆ ਸਾਂ। ਉਸ ਤੋਂ ਪਹਿਲੇ ਉਹ ਬੰਦ ਹੋ ਗਿਆ, ਫਿਰ ਉਹ ਅਸੀਂ ਖੂਹ ਚੱਲਦਾ ਨਹੀਂ ਹਾਂ ਵੇਖਿਆ। ਹਾਂਜੀ ਹਾਂਜੀ, ਉਹ ਖੂਹ ਸੀ, ਬਿਲਕੁਲ ਸਹੀ ਗੱਲ। ਉਹ ਪਿੰਡ ਦੀ ਨਿਆਈ ਸੀ ਕਿ ਕਿੱਲਾ 2 ਕਿੱਲਾ ਹਟਵਾ ਸੀ ਪਿੰਡ ਤੋਂ। ਹੁਣ ਤੇ ਵੈਸੇ ਨਾਲ ਲੱਗ ਗਏ ਆ ਪਿੰਡ ਜਾ ਕੇ। ਉਹਦੇ ਡੇਰਾ ਹੁੰਦਾ ਸੀ ਕਦੀ ਪਹਿਲੇ। ਹਾਂਜੀ, ਹਵੇਲੀ ਬਣੀ ਹੁੰਦੀ ਸੀ। ਖੂਹ ਕਿੰਨਾ ਪਾਣੀ ਠੰਡਾ ਚੱਲਦਾ ਸੀ ਜਾਂ ਜਿਹੜਾ ਉਹਦੀ ਖੂਹ ਜੀ ਜੀ, ਖੂਹ ਕਿਰਾਇਆ ਚੱਲਦੀ ਸੀ। ਕਾਫੀ ਵਾਲਾ ਸੀ। ਜੀ ਜੀ,
ਤੇ ਇੱਕ ਇਹ ਚੱਲਦਾ ਅਸਲ ਇਹ ਗੱਲ ਦਾ ਛੜੋ ਨਾ ਕਿ ਜੱਦੀਆਂ ਵਿੱਚ ਸਿਰਫ ਮੋਚੀਆਂ ਦਾ ਘਰ ਸੀ। ਇੱਥੇ ਜਿਹੜੇ ਬੰਦੇ ਜੱਦੀ ਰਹਿਣ ਵਾਲੇ ਸਨ, ਜਿਹੜੇ ਵਸਿੰਦੇ ਰਹਿਣ ਵਾਲੇ ਸਨ ਇੱਥੇ ਫੱਤੇ 'ਚ, ਉਹ ਸਿਰਫ ਇੱਕ ਹੀ ਘਰ, ਉਹ ਜਿਹੜਾ ਤੁਸੀਂ ਨਿਜ਼ਾਮਦੀਨ ਕਹਿੰਦੇ ਹੋ ਨਾ, ਨਿਜ਼ਾਮਦੀਨ, ਉਹਨਾਂ ਦਾ ਘਰ ਸੀ ਇੱਕ ਇੱਥੇ ਜਿਹੜਾ ਪਿੱਛੇ ਰਹਿ ਗਿਆ ਸੀ। ਉਹ ਖੈਰਦੀਨ ਤੇ ਤਾਜਦੀਨ ਦੋ ਭਾਈ ਸਨ, ਉਹਦੇ ਬੇਟੇ ਸਾਡੇ ਹਨ। ਉਹ ਜੱਦੀ ਇੱਕ ਹੀ ਘਰ 'ਚ ਰਿਹਾ, ਮੋਚੀ ਬਰਾਦਰੀ, ਮੋਚੀ ਬਰਾਜ ਦਾ ਤਲਕ ਸੀ ਉਹਨਾਂ ਦਾ। ਤੇ 2017 ਚ ਨਾ 2017 ਚ ਮੈਂ ਵੀ ਉੱਥੇ ਕਸ਼ਮੀਰ ਚ ਗਿਆ, ਆਪਣਾ ਅੰਮ੍ਰਿਤਸਰੋਂ ਵੀਜ਼ਾ ਬਣਾ ਕੇ ਨਾ, ਸਾਡੇ ਅਸੀਂ ਜੰਮੂ ਕਸ਼ਮੀਰ ਤੋਂ ਆਏ ਆ, ਜ਼ਿਲ੍ਹਾ ਜੰਮੂ ਤੋਂ। ਨਾਲ ਸਾਡਾ ਉੱਥੇ ਪਿੰਡ ਹੈ ਧਨੂ, ਪਿੰਡ ਹੈ ਸਾਡਾ, ਇਹ ਜੰਮੂ ਵਿੱਚ ਤਹਿਸੀਲ ਰਿਆਸੀ, ਉੱਥੇ ਪਿੰਡ ਹੈ ਸਾਡਾ ਧਨੂ। ਹਾਂਜੀ ਜੰਮੂ ਚ। ਨਹੀਂ, ਮੈਂ ਇੱਥੋਂ ਤੁਹਾਡੇ ਕੋਲੋਂ ਅਸੀਂ ਵਿਰਾਸਾ ਵਾਘੇ ਗਏ, ਅੰਮ੍ਰਿਤਸਰ ਤੋਂ ਲੰਘ ਕੇ ਆਪਣਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੋਂ ਗੁਰਦਾਸਪੁਰ, ਪਠਾਨਕੋਟ, ਫਿਰ ਅੱਗੇ ਕਸ਼ਮੀਰ ਦਾ ਇਲਾਕਾ ਹੈ ਵਿਰਾਸਾ। ਮੈਂ ਇਸੇ ਰਸਤੇ ਗਿਆ ਵਾ ਉੱਥੇ। ਜੀ ਜੀ, ਉੱਥੇ ਕਸ਼ਮੀਰ ਵਿੱਚ ਸਾਡੀ ਬਹੁਤ ਅਜ਼ੀਜ਼ਦਾਰੀ ਹੈ। ਮੇਰੇ ਉੱਥੇ ਸਕਾ ਚਾਚਾ ਹੈ, ਉੱਥੇ ਮੇਰੇ ਪੂਫੀ ਦੇ ਬੇਟੇ ਨੇ, ਬੜੇ ਅਜ਼ੀਜ਼ ਨੇ ਉੱਥੇ, ਮੇਰੇ ਨਾਨਕੇ ਨੇ ਉੱਥੇ, ਮਾਮੂ ਮੇਰਾ ਉੱਥੇ ਸੀ। ਹਾਂਜੀ, ਸਾਰੇ ਪਿੰਡ ਦੇ ਕੋਈ ਨਹੀਂ ਜੀ ਆ। ਮੈਂ ਫਿਰ ਤੁਹਾਡੇ ਇਨਸ਼ਾਅੱਲਾ ਦੂਰ ਜਨਾਬ ਤੁਹਾਨੂੰ ਮਿਲ ਕੇ ਜਾਵਾਂਗੇ ਇਨਸ਼ਾਅੱਲਾ। ਹਾਂਜੀ ਬੜੀ ਖੁਸ਼ੀ ਹੋਈ ਜੀ। ਅਸੀਂ ਕਰਤਾਰਪੁਰ ਤੋਂ ਤਕਰੀਬਨ ਮੇਰਾ ਖਿਆਲ ਹੈ ਕਿ 25 ਕਿਲੋਮੀਟਰ ਹੋਵਾਂਗੇ ਟੋਟਲ। ਬਿਲਕੁਲ ਲਾਗੇ ਆ, ਅਸੀਂ ਕਰਤਾਰਪੁਰ ਦੇ ਬਿਲਕੁਲ ਲਾਗੇ ਆ। ਜਦੋਂ ਤੁਸੀਂ ਕਰਤਾਰਪੁਰ ਆਓ ਨਾ, ਸਾਨੂੰ ਕਾਲ ਕਰਨੀ ਹੈ, ਤੁਸੀਂ ਅਸੀਂ ਪਹੁੰਚ ਜਾਵਾਂਗੇ, ਅਸੀਂ ਤੁਹਾਨੂੰ ਉੱਥੇ ਮਿਲਾਂਗੇ। ਠੀਕ ਹੈ, ਠੀਕ ਹੈ, ਪਹੁੰਚ ਗਏ। ਠੀਕ ਹੋ ਗਿਆ ਜਨਾਬ, ਬਹੁਤ ਅੱਛਾ। ਨਾਰਵਾਲ ਦਾ ਪੁੱਛੇ ਦੱਸੋ ਤੇਰਾ, ਤੁਸੀਂ ਜਦੋਂ ਵੀ ਆਓ ਕਰਤਾਰਪੁਰ ਤੋਂ ਸਾਨੂੰ ਕਾਲ ਕਰਨੀ ਹੈ। ਨਾਰਵਾਲ ਦੱਸੋ ਤੇ 13 ਕਿਲੋਮੀਟਰ, ਨਾਰਵਾਲ ਦਾ ਰਾਸਤੇ 13 ਕਿਲੋਮੀਟਰ, ਨਾਰੋਵਾਲ ਤੋਂ ਕਰਤਾਰਪੁਰ 13 ਕਿਲੋਮੀਟਰ ਹੈ ਤੇ ਤਕਰੀਬਨ 15-14 ਕਿਲੋਮੀਟਰ ਸਾਡਾ ਪਿੰਡ ਇੱਥੇ ਜਿਹੜਾ ਪੱਕਾ ਹੈ। ਅੱਜ ਦਰਮਿਆਨ ਦਰਮਿਆਨ ਵਿੱਚ ਹੀ ਅਸੀਂ ਰੋਡ A1 ਬਣਿਆ ਵਾ। ਬੇਤੀ ਰੋਡ ਬਣਿਆ। ਹਾਂਜੀ ਹਾਂਜੀ। ਉੱਥੇ ਮੇਰੇ ਚਾਚੂ ਨੇ ਕਸ਼ਮੀਰ ਦੇ ਚ, ਉਹ ਡੀਲਰ ਅਬਦੁਲ ਦੇ ਨਾਂ ਤੋਂ ਨੇ ਧਨੂ, ਤੇ ਮੇਰੇ ਚਾਚੇ ਦੇ ਬੇਟੇ ਨੇ ਦਿਲ ਮੁਹੰਮਦ ਯੂਸਫ, ਇੱਕ ਮੇਰਾ ਪੁੱਫੀ ਦਾ ਬੇਟਾ ਹੈ। ਉਹ ਤਕਰੀਬਨ ਉੱਥੇ ਸਾਡੀ ਬਹੁਤ ਅਜ਼ੀਜ਼ਦਾਰੀ ਹੈ। ਉਹ ਪੁੱਫੀ ਦਾ ਬੇਟਾ ਜਿਹੜਾ, ਉਹਦਾ ਨਾਮ ਮੁਹੰਮਦ ਅਸ਼ਰਫ ਹੈ। ਜੀ ਜੀ। ਮੌਲਵੀ ਮੁਸ਼ਤਾਕ ਹੈ ਉੱਥੇ, ਸਰਪੰਚ ਅਨਵਰ ਖਾਨ ਹੈ, ਸਰਪੰਚ ਸਾਈ ਖਾਨ ਹੈ। ਜਿਹਦਾ ਨਾਂ ਹੈ ਦੀਦਾ, ਉਹ ਦੱਸਦੇ ਹੋਏ ਉਹ ਵੀ ਦੱਸ ਰਹੇ ਕਿ ਬੁਲਾਇਆ ਬੇਲੀਆ ਜੀ, ਮਸ਼ਹੂਰ ਹੈ ਬੜੇ ਉਹ। ਜੀ ਜੀ। जी जी, खेती करने और दूसरा मेरी जरी दवाइयां की दुकान है, जरी दवाइयां दी, पैस्टिसाइड दी ना, किला शोभा सिंह च पैस्टिसाइड का काम करने, जरी दवाइयां का, और खेती बाड़ी भी करने। जिमींदारा भी साडा कोई 40-50 एकड़ का जिमींदारा भी है। और मेरा बड़ा भाई वो इतने नाजम सी साडी, जो सियासी खानदान भी है, अल्लाह तआला नो नाजम भी रहा और चेयरमैन भी रहा, और मैं पिंड का नंबरदार हाँ। हाँ जी, फतेह पिंड का नंबरदार जी मैं। जी जी। नहीं सर, इतने नहर का पानी साढ़े नहीं लगता, ट्यूबवैल बहुत ज्यादा ने साढ़े इतने डेक नाला, और जी डेक कहते नाला डेक, वो बिल्कुल करीब है। हाँ जी, नहरी पानी साढ़े नहीं लगता, साढ़े ट्यूबवैलों का पानी है, मोटर लोग लाई ने, ट्यूबवैल लाए ने। जी जी जी। नहीं जी जनाब, साडा जिहड़ा अल्लाह सुने जो साडा पिंड है ना फत्ता, बहुत अच्छा मतलब रकबा साडे पिंड दा, और बहुत महंगा रकबा है साडे पिंड दा।
ਸਾਡੇ ਪਿੰਡ 'ਚ ਇਸ ਵੇਲੇ ਬਹੁਤ ਬਹੁਤ ਮਹਿੰਗੀ ਜ਼ਮੀਨ ਜਿਹੜੀ ਨਾ ਸਾਡੇ ਪਿੰਡ ਦੀ ਹੈ। ਰੋਡ ਤੋਂ ਨਹੀਂ ਗਿਆ ਜੀ ਜੀ ਨਰਵਾ ਚਾਕੋ ਰੋਡ ਦੀ ਨਜ਼ਦੀਕ ਤਹਿਸੀਲ ਪਸਰੂਰ ਦਾ ਨਾ ਸਾਡਾ ਆਖਰੀ ਪਿੰਡ ਹੈ। ਸਾਡਾ ਪਿੰਡ ਆਖਰੀ ਦਾ ਨਾ, ਅੱਗੇ ਜ਼ਿਲ੍ਹਾ ਨਾਰਵਾਲ ਲੱਗ ਜਾਂਦਾ ਸਾਡਾ ਪਿੰਡ, ਆਪ ਬਿਲਕੁਲ ਬਾਰਡਰ ਦੇ ਉੱਤੇ ਹੋਏ ਜੀ। 10 ਕਿਲੋਮੀਟਰ ਜੀ ਜੀ। ਇਹ ਕੁੱਲ ਬਾਜਵੇ ਦਾ ਭਾਈ ਔਰ ਮੇਰੇ ਕੋਲ ਬੈਠੇ ਨੇ, ਤੁਸੀਂ ਇਹਨਾਂ ਨਾਲ ਗੱਲ ਕਰੋ ਜਨਾਬ, ਤੁਹਾਨੂੰ ਕੁੱਲ ਬਾਜਵਾ ਦੱਸ ਦੇਣ। ਹਾਂਜੀ ਹਾਂਜੀ ਠੀਕ ਠਾਕ। ਉਹ ਤੁਸੀਂ ਸੁਲਤਾਨ ਜੱਟ ਹੋਣਾ ਦੇ ਰਿਸ਼ਤੇਦਾਰ ਹੋ ਨਾ? ਉਹ ਬਿਲਕਾ ਦਾ ਖੂਹ ਜਿਹੜਾ ਹਾਂ ਉਹੀ ਆਹ ਲੁਧਿਆਣੇ ਤੁਹਾਡੇ ਨਾਲ ਗੱਲਬਾਤ ਹੋਈ ਸੀ। ਹਾਂਜੀ 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 ਹਾਂਜੀ। ਹੋਰ ਸੁਣਾਓ? ਹਾਂ ਸਭ ਅੱਲਾ ਦਾ ਕਰਮ, ਅੱਲਾ ਦਾ ਸ਼ੁਕਰ ਹੈ। ਤੁਹਾਨੂੰ ਨਾ ਤੁਸੀਂ ਵੀਡੀਓ ਬਣਾ ਕੇ ਨਾ ਸੈਂਡ ਕਰਨੇ ਆ ਫਤਿਹ ਪਿੰਡ ਦੀ ਆਪਣੇ। ਹੋਇਆ ਸਾਰਾ ਤੁਹਾਨੂੰ ਦਿਖਾਉਂਦੇ ਆ ਕਰਨੇ ਵੀਡੀਓ ਬਣਾ ਕੇ। ਹੈਲੋ ਕਰੋ ਭਾਈ ਸਾਹਿਬ ਨਾਲ ਗੱਲ, ਉਹ ਬਜ਼ੁਰਗਾਂ ਨੂੰ ਕਲਾਮ ਕਰੀ ਤੁਹਾਨੂੰ ਅਸੀਂ ਵੀਡੀਓ ਕਰਕੇ ਨਾ ਤੁਹਾਡੇ ਵੀਡੀਓ ਬਣਾ ਕੇ ਤੁਹਾਨੂੰ ਸੈਂਡ ਕਰਨੇ ਤੁਹਾਨੂੰ ਭੇਜਨੇ ਆ। ਜਿੱਥੇ ਖੂਹ ਸੀ ਜਗ੍ਹਾ ਹੋਣਾ ਜਿਹੜੀ ਉਹ ਖੂਹ ਵਾਲੀ ਜਗ੍ਹਾ ਹੈ ਨਾ, ਜਿੱਥੇ ਖੂਹ ਸੀ, ਲੇਕਿਨ ਅੱਜ ਉੱਥੇ ਹੁਣ ਜ਼ਮੀਨ ਵਗਦੀ, ਉੱਥੇ ਹੁਣ ਖੂਹ ਤੇ ਨਹੀਂ ਉੱਥੇ ਰਿਹਾ, ਲੇਕਿਨ ਕਿ ਤੁਹਾਨੂੰ ਉੱਥੇ ਭੇਜਣੇ, ਉੱਥੇ ਭੇਜੀ ਬਣੀ ਹੈ ਕਿ ਉਹ ਨਾਲ ਤੁਹਾਨੂੰ ਉਹਦੀ ਵੀਡੀਓ ਭੇਜਣੇ ਆ। ਹਾਂਜੀ ਹਾਂਜੀ ਠੀਕ ਹੈ। ਇਹ ਸਾਡੇ ਭਾਈ ਹੋਰੀ ਬੈਠੇ ਨੇ ਤੇ ਇਹ ਵੀ ਤੁਹਾਨੂੰ ਆਪਣੇ ਪਿੰਡ ਦੇ ਬਾਰੇ ਦੱਸਦੇ ਨੇ। ਅਸਲਾਮ ਸਰਦਾਰ ਜੀ, ਅੱਲਾ ਦਾ ਕਰਮ ਹੈ ਜੀ, ਠੀਕ ਠਾਕ ਹੈ। ਤੁਸੀਂ ਆਪਣਾ ਸੁਣਾਓ, ਕਰੀਏ ਤੇ ਕਾਰੋਬਾਰ ਕਰੀਏ ਤੇ हाँ करिए थे जी, सब तो ठीक ठाक है। हाँ मैं फतेह पिंड है जी। मैं भी महाजन ही हाँ उतो जम्मू कश्मीर का। एक मेरी उम्र जी ने इस वक्त कोई 73 साल है। इस तकरीबन शाहकोट की विधायक है। महाजर कैंपा रहते सन उधर ही, मेरे उधर की विधायक शाहकोट शहर का। फिर बाद इतने आ गए, कोई 4-5 साल बाद फतेह आ गए। हाँ मैं काफी दफा सुनिया, जरा मोची सी ना निजामुद्दीन दे बेटा, वो गल्लां करदा है, वो गल्लां करदा सी कि इत्थे फौजा सिंह ते एक होर किसी तुहाडे बरादरी दा किसी बंदे दा नाम लैंदे सन कि वो पता नहीं, वो मेरे नाम को याद नहीं आता, फौजा सिंह का याद नहीं, ना याद है, वो बड़ा लेंदे सन। ये वो कहने ये दोवें सरदार जेहड़े ना ये सरपंच हैं इत्थों दे। बाकी वो भी सिर्फ वो कला घर सी। गुरदासपुर के कोई महाजर आए सन, वो भी नाम लेंदे सन, वो साडे तो पहले आए सन, उन्होंने भी नाम नूं सुनिया सी। वो भी ये गल कहंदे कि ये पिंड फौजा सिंह ते दूसरे सरदार साहब जेहड़े ना, वो कहंदे उन्हां दा पिंड सी ते बड़े वो इत्थों दे बड़े जेहड़े ने वो सरपंच हैं। हाँ तगड़े बंदे सन। जी 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 मुझे वाकया तुहाडे बुजुर्गां दी बड़ी सिफत सुना इन्हां लोकां नूं सुनी। जेहड़े जट सन ना रूपो वाली पिंड, उथों दे जट बसिंदे सन, वो बड़ी सिफत करदे हैं इन्हां दी, तुहाडे बुजुर्गां दी। हाँ वो कहते बहुत ही अच्छे थे, क्योंकि उन्होंने देखा जाया सी। मोची भी बड़ी सिफत करता सी, मोची है ना, वो भी बड़ी सिफत करता बिल्कुल।
ਤੇ ਉਸ ਵਕਤ ਪਿੰਡ ਥੋੜੇ ਜਿਹੇ ਘਰ ਸਨ ਜਿਹੜੇ ਅਸੀਂ ਆਏ ਹਾਂ ਜਦੋਂ ਉਹ ਗੁਰਦਾਸਪੁਰ ਦੇ ਮਹਾਜਰ ਸਨ ਉਹ ਸਨ ਦਰਬਾਰੇ ਉਹ ਉਹਨਾਂ ਨੇ ਉਹ ਆ ਕੇ ਇੱਥੇ ਮਕੀਮ ਹੋਏ ਸਨ ਉਹਨਾਂ ਘਰਾਂ ਦੇ ਵਿੱਚ ਆਬਾਦ ਹੋਏ ਸਨ ਤੇ ਉਹ ਹੀ ਬਾਣਾ ਚੀਜ਼ ਉਹਨਾਂ ਨੇ ਨਾ ਲੁੱਟਮਾਰ ਦਾ ਮਾਲ ਇਕੱਠਾ ਕੀਤਾ ਭੇਡਾਂ ਬੱਕਰੀਆਂ ਮੱਝਾਂ ਗਾਵਾਂ ਉਹ ਖੁੱਲੀਆਂ ਚਾਰਦੇ ਹਾਂ ਜ਼ਿਮੀਂਦਾਰਾਂ ਨਹੀਂ ਸਨ ਕਰਦੇ ਉਹ ਫਿਰ ਜਦੋਂ ਅਸੀਂ ਆਏ ਨਾ ਸਾਨੂੰ ਮਹਾਜਰੀਨ ਨੂੰ ਉਹ ਆਪਣਾ ਅਲਾਟਮੈਂਟ ਹੋਈ ਹੈ ਨਾ ਉਹਦੇ ਵਿੱਚ ਆ ਕੇ ਸਾਨੂੰ ਸਾਰੀ ਜ਼ਮੀਨ ਅਲਾਟ ਹੋ ਗਈ ਕਿਉਂਕਿ ਅਸੀਂ ਤਕਰੀਬਨ ਉਦੋਂ ਕੋਈ ਤਕਰੀਬਨ 80 ਘਰ ਆਏ ਹਾਂ ਸਿਆਲਕੋਟ ਤੋਂ ਸ਼ੁਰੂ ਦੇ ਕੋਈ ਤਕਰੀਬਨ 70-80 ਘਰਾਂ ਦੀ ਆਬਾਦੀ ਬਣੀ ਹੈ ਆਪਸ ਵਿੱਚ ਰਿਸ਼ਤੇਦਾਰ ਹੀ ਸਾਈਨ ਕੀਤੇ ਉਸ ਤੋਂ ਬਾਅਦ ਜਦੋਂ ਜਦ ਹੁਣ ਪਿੰਡ ਬੜਾ ਹੋ ਗਿਆ ਕੋਈ 200 ਘਰ ਹੋ ਗਿਆ बहुत बड़ा हो गया 200 से ज्यादा अगर बेरियां अगर बेरियां गिनिए ना फिर तो 300 घर बन जाता है लेकिन बेरियां छड़ के ना फिर आबादी जी घर की है ना वो 200 घर शुरू जो आए एक कंधा साढ़े को कच्चिया कंधा दीवार बनाई उन्होंने किकरा वड वुड के बाले पाए उन्होंने लोगों ने बड़ी बड़ी कोठी बना ली है शाही मकान बन गए गलियां पक्कियां घर मोटर लग गई गवर्नमेंट ने भी वाटर सप्लाई लाई है वाटर सप्लाई का पानी 600 फुट डूंगा जो साढ़े घर पानी सप्लाई का आता है बड़िया मौजा ने बड़े खुश ने लोग खुशहाल ने बड़े वैसे पिंड है भी अच्छी जगह नालों सियालकोट रोड से बिल्कुल नजदीक है आधा किलोमीटर पिंड की आबादी जी सड़क के नाल लग गई है साडा पिंड बड़ा मशहूर है माशाअल्लाह कि जितों मर्जी पूछो लाहौरों पूछो जितों मर्जी फतेह में बड़ा जान पहचान फतेह फिर जोड़ी साहब ने जो लंबरदार साहब हाजी लतीफ साहब इन्होंने बड़े भाई सन वो 2-3 दफा एक दफा चेयरमैन बने 2-3 दफा नाजम बने ने इतों के साढ़े को पूरी यूनी कौंसिल सुधरा रही है इतने बड़ी साढ़े बाकी कौमां साड़ी जी बड़ी इतने दूसरे पिंडा में पूरी यूनी कौंसिल तहसील में बड़ी इज्जत है पिंड की हाँ जी बाकी है कि हम ये गल्लां असीं तुहानूं दस रहे हैं कदे तुसीं इत्थे आओ साडे कोल मेहमान बन के ते असीं तुहानूं फराइए टराइए अगे पिछे तुसीं खुश होवो कि साडा पुराना पिंड है बजुर्गां दा ठीक है ना हाँ ते असीं तुसीं आओ ते असीं 100 बिस्मिल्लाह असीं बड़े खुश हाँ लेके आओ साडे कोल इत्थे हाँ तो ये नहीं समझना कि भाई ये पता नहीं जान पहचान करेंगे या नहीं अभी बड़े खुश होंगे पूरा पिंड तुहाडा इस्तेमाल करेगा इकट्ठे ने जेड़ा ना भुट्टा वो थोड़ा जिहा हटावा कोई तकरीबन किलोमीटर ला लो किला जड़ा ना ये भी किलोमीटर ही ला लो वो गुरुद्वारे ने वो खत्म हो गए ने वैसे उन जे को गुरुद्वारे असा देखे ने हाँ वो जो किले वाले गुरुद्वारे पूरा सुबा सिंह वाले कहते हो ना वो गुरुद्वारे असा देखे ने लेकिन उन्हें खत्म हो गए उत्थे लोगों ने घर देखे ने असा बिल्कुल लास्ट पिंड आखिरी है आखिरी पिंड है जिला सियालकोट तहसील पसरूर तहसील जी है ना जिला सियालकोट की तहसील पसरूर है ते पसरूर का आखिरी पिंड है अगे नारवा शुरू हो जाता
ਠੀਕ ਹੋ ਗਿਆ ਬਾਪੂ ਜੀ ਬਹੁਤ ਸੋਹਣਾ ਲੱਗਾ ਜੀ ਗੱਲ ਕਰਕੇ ਤੁਹਾਡੇ ਨਾਲ ਬਹੁਤ ਵਧੀਆ ਲੱਗਾ ਨਜ਼ਾਰਾ ਆ ਗਿਆ ਦੇਖੋ ਜੀ ਪੁਰਾਣੀ ਧਰਤੀ ਦੇ ਉੱਤੇ ਦੇਖੋ ਜੀ ਇਹ ਅਸਲ ਗੱਲ ਇਸ ਤਰ੍ਹਾਂ ਹੀ ਅੱਗੇ ਗੱਲ ਕਰਦੇ ਨੇ ਭਾਵੇਂ ਪਾਕਿਸਤਾਨ ਬਣਦਾ ਇੰਡੀਆ ਦੋ ਬਣਦੇ ਪਰ ਜਿੱਥੇ ਜਿੱਥੇ ਲੋਕ ਬੈਠੇ ਆ ਖਾਣੇ ਨਹੀਂ ਚਾਹੀਦੇ ਇਹਨਾਂ ਨੂੰ ਲੋਕਾਂ ਨੂੰ ਇਹ ਅੰਗਰੇਜ਼ਾਂ ਸਰਕਾਰ ਨੇ ਗਲਤ ਕੀਤਾ ਕੰਮ ਜਿਹੜਾ ਖਾ ਕੇ ਲੋਕ ਉਧਰ ਉਧਰ ਹੀ ਖਰਾਬ ਕੀਤਾ ਮਾੜਾ ਕੀਤਾ ਹੁਣ ਵੀ ਬਾਹਰ ਅੱਲਾਹ ਕਰੇ ਪਰਮਾਤਮਾ ਕਰੇ ਕਿ ਦੇਖੋ ਮੁਲਕ ਜਿਹੜਾ ਨਾ ਆਪਾਂ ਇਹ ਆਉਂਦੇ ਜਾਂਦੇ ਰਹੀਏ ਹੈ ਇਦਾਂ ਚੱਲੇ ਜਿਹੜਾ ਬਿਲਕੁਲ ਇਸ ਤਰ੍ਹਾਂ ਚੱਲੇ ਆਪਣਾ ਆਉਣ ਜਾਣ ਗੱਡੀਆਂ ਹੁਣ ਆਉਣ ਜਾਣ ਤੁਹਾਡੇ ਨਾਲ ਗੱਲ ਕਰੀ ਦੀ ਆ ਭਾਜੀ ਨਾਲ ਮੈਂ ਗੱਲ ਕਰਦਾ ਰਹਿੰਦਾ ਵਾ ਤੇ ਬੜਾ ਸੋਹਣਾ ਨਜ਼ਾਰਾ ਵੱਜਿਆ ਰਹਿੰਦਾ ਵੇਖੋ ਹੈ ਨਾ ਸੰਸਾਰ ਤੋਂ ਕੱਢੀ ਦਾ ਜਿਹੜਾ ਪਿਆਰ ਮੁਹੱਬਤ ਹੀ ਹੈ ਬਿਲਕੁਲ ਪਿਆਰ ਗੱਲ ਕਰਕੇ ਆਪਣੀ ਧਰਤੀ ਸਾਡੀਆਂ ਜੜ੍ਹਾਂ ਸਾਡਾ ਜੀ ਕਰਦਾ ਹੁਣ ਮੈਂ ਥੋੜਾ ਕਰੋਨਾ ਖਤਮ ਹੁੰਦਾ ਵਾ ਤੇ ਮੈਂ ਇਹ ਗੱਲਬਾਤ ਹੋਈ ਹੈ ਮੇਰੀ ਮੈਂ ਵੀਜ਼ਾ ਲਵਾ ਕੇ ਪਸੂਏ ਨਾਲ ਭਾਜੀ ਨਾਲ ਸਾਰੇ ਨੂੰ ਮਿਲਣ ਆਉਣਾ ਇੱਕ ਦਿਨ ਲਈ ਜਿੱਦਾਂ ਹੁਣ ਥੋੜਾ ਕਰੋਨੇ ਦਾ ਚੱਲ ਰਿਹਾ ਸਿਸਟਮ ਇਹ ਖਤਮ ਹੁੰਦਾ ਵਾ ਇਸ ਤੋਂ ਬਾਅਦ ਚਲੋ ਇਨਸ਼ਾਅੱਲਾ ਇਹ ਵਬਾ ਦੂਰ ਹੋ ਜਾਣੀ ਹੈ ਬਿਮਾਰੀ ਦੂਰ ਹੋ ਜਾਣੀ ਹੈ ਤੇ ਜਦੋਂ ਵੀ ਕਲੀਅਰ ਹੋਇਆ ਨਾ ਤੁਸੀਂ ਵੀਜ਼ਾ ਲਗਾ ਕੇ ਆਓ ਸਾਡੇ ਕੋਲ ਹਾਂ ਅਸੀਂ ਤੁਹਾਨੂੰ ਖੁਸ਼ ਆਮਦੇਦ ਕਰਾਂਗੇ ਹਾਂ ਜੋੜਾ ਅਜੀਆ ਸਾਹਿਬ ਹਾਜੀ ਮੁਹੰਮਦ ਲਤੀਫ ਸਾਹਿਬ ਅਸੀਂ ਇਸ ਵੇਲੇ ਪਿੰਡ ਫੱਤਾ ਤੇ ਭੁੱਟਾ ਬੇਸਿਕਲੀ ਦੋ ਪਿੰਡ ਨੇ ਲੇਕਿਨ ਇਹਨਾਂ ਦੇ ਜਿਹੜੇ ਨਾਂ ਨੂੰ ਇਕੱਠੇ ਵੱਜਦੇ ਨੇ ਠੀਕ ਹੈ ਤਹਿਸੀਲ ਪਸਰੂਰ ਦੇ ਆਖਰੀ ਪਿੰਡ ਤੇ ਜ਼ਿਲ੍ਹੇ ਸਿਆਲਕੋਟ ਦੇ ਵੀ ਆਖਰੀ ਪਿੰਡ ਇਹ ਤੋਂ ਅਗਲੀ ਸਾਈਡ ਤੇ ਜ਼ਿਲ੍ਹਾ ਨਾਰਵਲ ਸ਼ੁਰੂ ਹੋ ਜਾਂਦਾ ਵੇ ਅਸੀਂ ਇਸ ਵੇਲੇ ਜੀ ਆਪਣਾ ਫੱਤਾ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਸਾਨੂੰ ਦੱਸੋ ਅਸੀਂ ਪੰਜਾਬੀ ਦੇ ਵਿੱਚ ਕਿਹੜੀ ਬਾਈ ਦੇ ਸਾਈਡ ਤੇ ਦੱਖਣ ਸਾਈਡ ਤੇ ਖੜੇ ਆ ਅਸੀਂ ਠੀਕ ਹੈ ਜਿਹੜੀ ਪਸੂਰ ਤੇ ਨਾਰਵਾ ਰੋਡ ਜਿਹੜਾ ਹੈ ਨਾ ਅੱਛਾ ਉਹ ਤਕਰੀਬਨ ਸਾਡੇ ਤੋਂ ਇੱਥੋਂ 5-7 ਕਿੱਲੇ ਘਟਵਾ ਹੈ ਠੀਕ ਇਹ ਸਾਹਮਣੇ ਇਹ ਨਾਲ ਚੌਕ ਅੱਛਾ ਜਿਹੜਾ ਸੜਕੋਂ ਰਾਹ ਜਾਂਦਾ ਸਿੱਧਾ ਹੀ ਠੀਕ ਹੈ ਤੇ ਅਸੀਂ ਉੱਥੇ ਆ ਕੇ ਖੜੇ ਆ ਠੀਕ ਹੈ ਜੇ ਮੈਂ ਤੁਹਾਨੂੰ ਇਹ ਸਭ ਪੁੱਛਾਂ ਕਿ 47 ਤੋਂ ਬਾਅਦ ਕਿਵੇਂ ਪਾਕਿਸਤਾਨ ਤੋਂ ਬਾਅਦ ਇਹ ਜਿਹੜਾ ਰਸਤਾ ਵੇ ਜੀ ਇਹਦੇ ਤੋਂ ਇੱਧਰ ਜਿਹੜੀ ਆਬਾਦੀ ਇਹ ਨਵੀਂ ਬਣੀ ਹੈ ਸਰ ਇਹ ਜਿਹੜੀ ਆਬਾਦੀ ਹੈ ਨਾ ਇਹ ਤੁਸੀਂ ਜਿਹੜਾ ਨਾ ਅਸੀਂ ਨਿਕਲ ਕੇ ਆਏ ਨਾ ਜਿਹੜਾ ਅੱਛਾ, ਇਸ ਹਵੇਲੀ ਅਸੀਂ ਨਿਕਲਿਆ ਇਹ ਵੀ ਹਵੇਲੀ ਹੈ ਨਾ ਇਹ ਵੀ ਨਵੀਂ ਹੈ ਇਹ ਵੀ ਨਵੀਂ ਉਹ ਜਿਹੜਾ ਸਾਡਾ ਘਰ ਜਿੱਥੋਂ ਅਸੀਂ ਉੱਠ ਕੇ ਆਏ ਨਾ ਉਸ ਪੁਰਾਣਾ ਘਰ ਉਹ ਪੁਰਾਣਾ ਸੀ। ਇਸ ਕੋਨੇ ਤੱਕ ਜਿਹੜਾ ਬਾਕੀ ਇਹ ਸਾਰੀ ਨਵੀਂ ਆਬਾਦੀ ਹੈ ਠੀਕ ਹੋ ਗਿਆ ਜੀ ਠੀਕ ਇਹ ਰਾਹ ਵੀ ਨਵਾਂ ਹੈ ਰੋਡ ਤੋਂ ਇੱਧਰ ਸਾਰੇ ਨਵੇਂ ਸਹੀ ਚਲੋ ਇਹ ਬਗਦੀਆਂ ਜ਼ਮੀਨਾਂ ਨੇ ਅਸਾਂ ਆਪ ਬਾਈਆਂ ਨੇ ਜ਼ਮੀਨਾਂ ਅੱਛਾ ਇਹ ਰਾਹ ਵੀ ਜਿਹਨੇ ਇਸਤੇਮਾਲ ਵਿੱਚ ਕੱਢੇ ਗਏ ਇਸਤੇਮਾਲ ਇਹ ਰਾਹ ਹੋਰ ਤਾਂ ਪੜਾ ਇਹ ਸਾਹਮਣੇ ਕਿਲਾ ਹੈ ਕਿਲਾ ਸੁਭਾ ਸਿੰਘ ਇਹ ਸਾਹਮਣੇ ਜਿਹੜਾ ਨੇ ਇੱਥੇ ਸਿੱਧਾ ਜਿਹੜਾ ਇਹ ਰਾਹ ਕਿਲਾ ਸੁਭਾ ਸਿੰਘ ਇਹ ਰਾਹ ਸਿੱਧਾ ਜਾਂਦਾ ਠੀਕ ਹੈ ਤੇ ਅੱਜ ਕੱਲ ਸਭ ਫੱਤਾ ਗੁਜਰਾਂ ਦੇ ਨਾਂ ਤੇ ਵੀ ਜਾਣਾ ਜਾਂਦਾ ਪਤਾ ਹੈ ਅੱਜ ਕੱਲ ਜ਼ਿਆਦਾ ਨਾਂ ਹੀ ਫਤਾ ਗੁਜਰਾਂ ਦੇ ਨਾਂ ਤੋਂ ਜ਼ਿਆਦਾ ਪਛਾਣਿਆ ਜਾਂਦਾ ਫਤਾ ਗੁਜਰਾਂ ਦੇ ਨਾਂ ਤੋਂ ਠੀਕ ਲੇਕਿਨ ਕਾਗਜ਼ੀ ਫੱਤਾ ਪਿੰਡ ਫਤਾ ਪਿੰਡ ਫਤਾ ਗੁਜਰਾਂ ਨਹੀਂ ਹੋਇਆ ਕਾਗਜ਼ੀ ਹਾਂ ਉੱਥੇ ਅੱਜ ਨਾ ਫੱਤਾ ਹੀ ਉਹ ਹੀ ਬਿਲ ਨਹੀਂ ਹੋਇਆ ਵੈਸੇ ਗੁਜਰਾਂ ਦੇ ਨਾਂ ਤੋਂ ਮਸ਼ਹੂਰ ਹੈ ਵੈਰੀ ਸੀ ਜ਼ਮੀਨ ਹੋ ਮਤਲਬ ਜਾ ਕੇ ਦੁਕਾਨਾਂ ਇਹ ਜੋ ਮੇਨ ਰਸਤਾ ਜਿਹੜਾ ਸਾਨੂੰ ਸੜਕ ਨੂੰ ਮੇਨ ਰਸਤੇ ਨਾਲ ਜੋੜਦਾ ਵੇ ਪਸਰੂਰ ਤੋਂ ਜਿਹੜਾ ਸਾਨੂੰ ਨਾਰਵਾ ਲੈ ਕੇ ਜਾਂਦਾ ਇਹ ਜੀ ਲਿਖਿਆ ਵੀ ਆਪਣਾ ਅਲਾਮਾ ਇਕਬਾਲ ਪਬਲਿਕ ਸਕੂਲ ਹਾਂਜੀ ਫੱਤਾ ਸਾਰਾ ਕੁਝ ਹਾਂ ਸਭ ਕੁਝ ਦੀ ਕੋਸ਼ਿਸ਼ ਕੀਤੀ ਤੁਸੀਂ ਜਾਣਨ ਦੀ ਕਿ ਫੱਤਾ ਭੁੱਟਾ ਦੋ ਭਾਈ ਸਨ ਬੇਸਿਕਲੀ ਦੋ ਭਾਈ ਤਸਮੀਆਂ ਅਸੀਂ ਇਹ ਜੋ ਸੁਣਿਆ ਹੈ ਕਿ ਫੱਤਾ ਤੇ ਭੁੱਟਾ ਇਹ ਦੋ ਭਾਈ ਹੋਏ ਨੇ ਠੀਕ ਹੈ ਫੱਤਾ ਵੀ ਉਹ ਆਪਣਾ ਇੱਕ ਸਰਦਾਰ ਸਾਹਿਬ ਉਹਨਾਂ ਦੇ ਨਾਂ ਤੋਂ ਸੀ ਭੁੱਟਾ ਵੀ ਸਰਦਾਰ ਸਾਹਿਬ ਦੇ ਨਾਂ ਤੋਂ ਫਤਿਹ ਸਿੰਘ ਹੋਏਗਾ ਅੱਛਾ ਠੀਕ ਤੇ ਭੁੱਟਾ ਵੀ ਸਰਦਾਰ ਸਿੰਘ ਲੋ ਜੀ ਦੋਏ ਪਿੰਡ ਜਿਹੜੇ ਨੇ ਦੋਏ ਸਰਦਾਰ ਸਨ ਉਹਨਾਂ ਨੇ ਇਸ ਪਿੰਡ ਦਾ ਨੀਂਹ ਪੱਥਰ ਰੱਖਿਆ ਉਹਨਾਂ ਨੇ ਪਿੰਡ ਵਸਾਏ ਆ ਕਿਸੇ ਦੌਰ 400 ਸਾਲ ਪਿਛੇ ਤੋਂ ਜੋ 500 ਸਾਲ ਕਾਫੀ ਪੁਰਾਣੀ ਤਾਰੀਖ ਮਿਲਦੀ ਹੈ ਜੀ ਅੱਛਾ ਆਹ ਸਾਹਿਬ ਬੋਰਡ ਦੇ ਬਾਰੇ ਦੱਸੋ ਪੁਰਾਣਾ ਨਹੀਂ ਇਹ ਬੋਰਡ ਸਾਡੇ ਬਜ਼ੁਰਗਾਂ ਨੇ ਆਸਾ ਆਪਣੇ ਹੱਥਾਂ ਨਾਲ ਲਾਇਆ ਅੱਛਾ ਇਹ ਮੇਰਾ ਵਗਦਾ ਰਕਬਾ ਜੀ ਪੁਰਾਣੇ ਮੋੜ ਸਨ ਜਿਹੜੇ ਉੱਪਰ ਹਨੇਰੀਆਂ ਦੇ ਪੁੱਟੇ ਗਏ ਨੇ ਸਾਰੇ ਉਹ ਕੋਈ ਪੁਰਾਣਾ ਮਤਲਬ ਇਸ ਵੇਲੇ ਫੱਤਾ ਪਿੰਡ ਦੇ ਵਿੱਚ ਕੋਈ ਪੁਰਾਣੀ ਨਿਸ਼ਾਨੀ ਨਹੀਂ ਰਹੀ ਨਾ ਕੋਈ ਰੁੱਖ ਰਿਹਾ ਵੇ ਮੂੰਹ ਤੇ ਖਰ ਪੂਰੇ ਕੋਈ ਦੀ ਦੌਰ ਆ ਗਿਆ ਹਾਂਜੀ ਕੋਈ ਨਹੀਂ ਠੀਕ ਮਸਜਿਦ ਵਾਲਾ ਉਹ ਸੀ ਫਿਰ ਉੱਪਰ ਉਹਨਾਂ ਨੂੰ ਜਾਂਦੀ ਹੋਇਆ ਕਾਲੀ ਬਹੁਤ ਸੀ ਅਸੀਂ ਸਾਹਮਣੇ ਡੇਰਾ ਜੀ ਨਹੀਂ ਸਾਹਮਣੇ ਮੋਰੇ ਭਾਈ ਵੱਡੇ ਮੇਰੇ ਅੱਛਾ ਤੁਹਾਡੇ ਵੱਡੇ ਭਾਈ ਠੀਕ ਹੈ ਸਾਬਕਾ ਨਾਜ਼ਮ ਰਹਿ ਚੁੱਕੇ ਨੇ ਜੀ ਆਪਣਾ ਨਾਜ਼ਮ ਰਹੇ ਨੇ ਚੇਅਰਮੈਨ ਰਹੇ ਨੇ ਯੂਨੀਅਨ ਕੌਂਸਲ ਕਿਹੜੀ ਯੂਨੀਅਨ ਕੌਂਸਲ ਪਹਿਲੇ ਸਾਡੀ ਜਦੋਂ ਉਦੋਂ ਬਲਗਨ ਸੀ ਸਾਡੀ ਯੂਨੀਅਨ ਕੌਂਸਲ ਲੇਕਿਨ ਹੁਣ ਅਸੀਂ ਤਖਤਪੁਰ ਯੂਨੀਅਨ ਕੌਂਸਲ ਚ ਆ ਗਏ ਹਾਂ ਇਹ ਬਲਗਨ ਯੂਨੀਅਨ ਕੌਂਸਲ ਦੇ ਨਾਜ਼ਮ ਵੀ ਰਹੇ ਤੇ ਚੇਅਰਮੈਨ ਵੀ ਰਹੇ ਕਿੰਨੇ ਪਿੰਡ ਆਉਂਦੇ ਜੀ ਬਲਗਨ ਉਦੋਂ ਜਦੋਂ ਚੇਅਰਮੈਨ ਰਹੇ ਨਹੀਂ ਉਦੋਂ 47 ਪਿੰਡ ਸਨ ਜਦੋਂ ਚੇਅਰਮੈਨ ਰਹੇ ਨੇ ਅੱਛਾ 47 ਪਿੰਡ ਸਨ ਬਾਅਦ ਜਦੋਂ ਸਾਡੀ ਯੂਨੀਅਨ ਕੌਂਸਲ ਦੇ ਪਿੰਡ ਵੀ ਘਟ ਗਏ 36 37 ਫਿਰ ਵੀ ਰਹੇ ਅੱਛਾ ਹਾਂ ਸਭ ਇਹ ਸਾਹਮਣਾ ਰਿਹਾ ਜੀ ਆਪਣਾ ਕਿਲਾ ਅਹਿਮਦਾਬਾਦ ਜਿਹਨੂੰ ਪੁਰਾਣਾ ਕਿਲਾ ਸੁਭਾ ਸਿੰਘ ਕਿਹਾ ਜਾਂਦਾ ਹੈ
ਇਹ ਵੇਖ ਲਓ ਜੀ। ਭਾਈ ਖੂਹ ਦੀ ਜਿਹੜੀ ਉਹ ਜਗ੍ਹਾ ਤੇ ਜਾਣਾ ਆਸਾਨ ਲੇਕਿन ਠੀਕ। ਖੂਹ नहीं अगर वो आए जी, ना ठीक है। मजार आए ना वो याद कराओगे भी ये जेडे किले दे शेख लोग ने हाँ, हाँ। उन्हां दा ये वो वे आएगा जितने मां बाड़ा है अच्छा अच्छा हाँ जी आ रहे आ गए ना उन्हां के वो सामने नजर आता है किले के शेखां दा एक गुरुद्वारा भी इधर ही हाँ जी गुरुद्वारा भी ਇਹਦੇ ਨਾਲ ਹੈ ਬਿਲਕੁਲ ਬਿਲਕੁਲ ਗੁਰਦੁਆਰਾ ਨੇ ਦੱਸਿਆ ਵਿੱਚ ਨਾ ਵੀਡੀਓ ਵਿੱਚ ਦੱਸਿਆ ਆਹੋ ਮੈਂ ਦੱਸਦੇ ਬੜੀਆਂ ਸੀ ਇੱਕ ਸਕੂਲ ਦੇ ਨਾਲ ਸੀ ਅੱਗੇ ਉਹ ਜਿਹੜਾ ਢਾਈ ਦੇ ਸਕੂਲ ਕੋਲੋਂ ਨਹੀਂ ਪ੍ਰਾਇਮਰੀ ਸਕੂਲੋਂ ਸੀ ਜਾਂਦਾ ਹਾਂ ਉੱਥੇ ਹੁੰਦੇ ਸੀ। ਅਸੀਂ ਹੁਣ ਜਾ ਰਹੇ ਹਾਂ ਜੀ ਜਿੱਧਰ ਖੂਹ ਸੀ ਦੁਹਾਟਾ ਖੂਹ ਸਰਦਾਰ ਫੌਜਾ ਸਿੰਘ ਪੂਰੇਵਾਲ 3 ਭਾਈ ਸਨ ਜੀ। ਇੱਕ ਭਾਈ ਦਾ ਨਾਂ ਗਿਆਨ ਸੀ, ਠੀਕ ਹੈ ਜੀ, ਇੱਕ ਦਾ ਨਾਂ ਖਜ਼ਾਨ ਸੀ ਤੇ ਇੱਕ ਦਾ ਨਾਂ ਸੀ ਫੌਜਾ ਸਿੰਘ। ਕਿਆ ਮੈਂ ਪਾਕਿਸਤਾਨ ਤੋਂ ਪਹਿਲੇ ਇਸ ਪਿੰਡ ਦੇ ਕਰਤਾ ਧਰਤਾ ਸਨ ਜੀ, ਮਤਲਬ ਕਹਿ ਲਓ ਕਿ ਚੌਧਰੀ ਟਾਇਰ ਸਨ, ਫੇਰੂ ਟੇਰੂ ਸਨ, ਤਗੜੇ ਬੰਦੇ ਸਨ। ਤੇ ਹਵੇਲੀ ਦੇ ਨਾਲ ਵੀ ਆਈ ਨਾ ਫਿਰ ਇਹ ਹਵੇਲੀ ਕੋਣੀ ਚਲੋ ਜੇ ਤੇ ਬਣੀ ਰਹੇਗੀ ਥੋੜੀ ਚਲ ਹਵੇਲੀ ਹੈ ਹੀ ਨਹੀਂ ਉਹ ਤਾਂ ਨਹੀਂ ਰਹੀ ਚਲੋ ਇਹ ਹਵੇਲੀ ਦੇ ਨਾਲ ਤੁਹਾਡਾ ਖੂਹ ਚਲੋ ਜੀ 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 ਇਹ ਰਿਹਾ ਜੀ ਪਿੰਡ ਫੱਤਾ। ਟੋਟਲ ਘਰ ਕੋਈ ਹੋਏਗਾ 200 ਸਵਾ 200 200 ਲੱਗ ਜਾਂਦੀ ਠੀਕ ਠੀਕ ਤਕਰੀਬਨ ਪੂਰਾ ਹੀ ਹੋ ਗਿਆ ਇਹ ਵੀ ਨਹੀਂ ਜਿਹੜੀਆਂ ਬਾਹਰ ਨਿਕਲੀਆਂ ਨੇ ਇਹ ਸਮਝੋ ਲਾਫਾ ਪਰ ਇਹ ਜਿਹੜੀ ਜਗ੍ਹਾ ਹੈ ਨਾ ਇਹ ਜਗ੍ਹਾ ਖੂਹ ਦੀ ਅੱਛਾ ਅੱਛਾ ਇਹ ਜਗ੍ਹਾ ਜੀ ਠੀਕ ਹੋ ਗਿਆ ਇਹ ਜਗ੍ਹਾ ਖੂਹ ਦੀ ਹੈ ਹਾਂ ਸਾਈਡ ਤੇ ਨਹੀਂ ਹੈ ਉਦੋਂ ਨਹੀਂ ਇਸ ਪਾਸੇ ਜ਼ਿਆਦਾ ਸੀ ਇਸ ਪਾਸੇ ਘਰ ਵੇਖਣ ਰਾਹ ਨਿਕਲਦਾ ਸੀ ਥੋੜੀ ਇਧਰੋਂ ਘਰ ਮਹਾ ਦਿਓ ਕੋਈ ਗੱਲ ਨਹੀਂ ਕੋਈ ਨਹੀਂ ਮਸਲਾ ਇਹ ਜਗ੍ਹਾ ਖੂਹ ਦੀ ਹੈ ਇਹ ਜਗ੍ਹਾ ਅਸਲ ਜਿਹੜੀ ਜਗ੍ਹਾ ਹੈ ਨਾ ਹਾਂ ਹਾਂ ਇਹ ਖੂਹ ਸੀ। ਇੱਥੇ 2 ਹਲਟ ਚੱਲਦੇ ਸਨ ਜੀ, ਦੁਹਾਟਾ ਖੂਹ ਨੂੰ ਕਿਹਾ ਜਾਂਦਾ। ਹੁਣ ਕਿੱਲਾਬੰਦੀ ਹੋਈ ਹੈ ਨਾ ਜੀ ਜੀ ਉਹਦੇ ਨਾਲ ਇਹ ਜਿਹੜੀਆਂ ਨਾ ਉਹ ਦਿਖ ਨਹੀਂ ਰਹੀ ਹੈ। ਅੱਛਾ ਅੱਛਾ ਸਭ ਤੁਹਾਡਾ ਕਹਿਣਾ ਹੈ ਕਿ ਪਹਿਲੇ ਇੱਥੋਂ ਰਾਹ ਨਿਕਲਦਾ ਸੀ। ਨਹੀਂ ਆਓ ਇੱਕ ਅਸਾਂ ਖੂਹ ਜਦੋਂ ਤਾਂ ਦੇਖਿਆ ਨਾ ਉਦੋਂ ਖੂਹ ਹੈ ਸੀ ਲੇਕਿਨ ਤੁਸੀਂ ਇਹਨਾਂ ਦਿਨ ਜਿੰਨਾ ਮੇਰਾ ਜਿਹਨੇ 5-7 ਫੁੱਟ ਨੀਵਾ ਅਸੀਂ ਵੇਖਿਆ ਹੈ ਕਾਫੀ ਦੇਰ ਫਿਰ ਸਾਡੇ ਬਜ਼ੁਰਗਾਂ ਨੇ ਇਥੋਂ ਜੋ ਪਿਆਰੀ ਬੰਦੇ ਆ ਫਿਰ ਉਹ ਇੱਧਰ ਵੀ ਰਾਹ ਬਣ ਜਾਂਦੇ ਇੱਧਰ ਵੀ ਬਣ ਜਾਂਦੇ ਫਿਰ ਉਹਨਾਂ ਜਨਾ ਮਿੱਟੀ ਪਾ ਕੇ ਅਜੇ ਵੀ ਉਹ ਖੂਹ ਜਿਹੜੀ ਹੈ ਨਾ ਪੁੱਟਿਆ ਜਾਣੇ ਇਹਨੂੰ ਚਲੋ ਖੂਹ ਦੀ ਉਸਨੇ ਚਨਾਈ ਹੋਈ ਇਹਦੀ ਜੀ ਮੈਂ ਕਿਹਾ ਇੱਟਾਂ ਵਿੱਚ ਦੱਬੀਆਂ ਗਈਆਂ ਹਾਂਜੀ ਹਾਂਜੀ ਠੀਕ ਠੀਕ ਅੱਜ ਵੀ ਪੁੱਟਿਆ ਛੋਟੀ ਇੱਟੋ ਪਈ ਹਾਂ ਹਾਂ ਬਿਲਕੁਲ ਬਿਲਕੁਲ ਪਿੰਡਾਂ ਦੇ ਇਹਦਾ ਨਾ ਇੱਕ ਬਾਟੀ ਸਿੱਧੀ ਜਾਂਦੀ ਸੜਕ ਸ਼ਾਂਤੀ ਹੋਰਾਂ ਉਹ ਕਿਹੜਾ ਅੱਛਾ ਸਭ ਉਹ ਬੜੇ ਤੁਸੀਂ ਇਸ਼ਾਰਾ ਕੀਤਾ ਕਿ ਇੱਕ ਖੂਹ ਕਿੱਥੇ ਕਰਕੇ ਸੀ? ਉਹ ਸਾਹਮਣੇ ਪਿੱਪਲ ਦਾ ਦਰਖਤ ਨਜ਼ਰ ਆ ਰਿਹਾ ਉਹ ਵੱਡਾ ਹਾਂਜੀ ਅੱਛਾ ਅੱਛਾ ਜੇ ਕੋਈ ਜਾਣਾ ਚਾਹੇ ਇੱਕ ਕਿੱਥੇ ਵੀ ਖੂਹ ਸੀ? ਹਾਂਜੀ ਨਹੀਂ 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 ਬਸ ਇੱਥੇ ਕਾਫੀ ਇਸ ਖੂਹ ਦੀ ਹੱਲ ਕੀ ਸੀ? ਪਿੱਪਲ ਵਾਲਾ ਖੂਹ ਇਹਨੂੰ ਅਸੀਂ ਜਦ ਸੁਣਿਆ ਨਾ ਅਮਰੂਦਾਂ ਵਾਲਾ ਖੂਹ ਸੁਣਿਆ ਠੀਕ ਜਿਹਦੇ ਅਮਰੂਦਾਂ ਦੇ ਬੂਟੇ ਹੁੰਦੇ ਸਨ ਉਹਨੂੰ ਅਮਰੂਦਾਂ ਵਾਲਾ ਬਈ ਬਾਗ ਦੇ ਅਮਰੂਦਾਂ ਦਾ ਉਹਦੇ ਵਾਸਤੇ ਅਮਰੂਦਾਂ ਵਾਲਾ ਖੂਹ ਕਹਿੰਦੇ ਇਹ ਅੱਲਾ ਜਾਂਦਾ ਪਹਿਲੇ ਬਾਅਦ ਅਮਰੂਦਾਂ ਦਾ ਖੂਹ ਪਿਆ ਬਣਾ ਪਿਆ ਜਾਂ ਪਹਿਲੇ ਦਾ ਸੀ ਇਹਦਾ ਬਾਹਰ ਲਾਏ ਨਹੀਂ ਕਿਸੇ ਨੇ ਜਾਂ ਮੁੰਡੇ ਕੋਲ ਉਹ ਅਮਰੂਦਾਂ ਵਾਲਾ ਖੂਹ ਮਸ਼ਹੂਰ ਸੀ ਕਿਉਂਕਿ ਇਸ ਪਿੰਡ ਦੇ ਵਿੱਚ ਜੱਦੀਆਂ ਬਜ਼ੁਰਗਾਂ ਦੇ ਵਿੱਚ ਸਾਨੂੰ ਕੋਈ ਨਹੀਂ ਮਿਲਿਆ। ਉਹਦੀ ਇੱਕ ਸਭ ਤੋਂ ਵੱਡੀ ਜਿਹੜੀ ਵਜ੍ਹਾ ਹੋਇਆ ਵੀ ਇੱਕ ਜੱਦੀਆਂ ਦੇ ਘਰ ਹੀ 2-4 ਸਨ। ਇੰਜੀ ਗੱਲ ਹੈ ਚਾਚੂ ਜੀ, ਉਹ ਵੀ ਆਪਣਾ ਮੋਚੀ ਬਰਾਦਰੀ ਨਾਲ ਤਾਲੁਕ ਸੀ ਉਹਨਾਂ ਦਾ, ਬਜ਼ੁਰਗ ਨਹੀਂ ਰਹੇ ਹੁਣ ਬਾਅਦ ਵਿੱਚ ਜਿਹੜੇ ਆ ਕੇ ਵਸੇ ਇੱਥੇ ਜਰੀ ਖੂਹ ਜਿਹੜੇ 4 ਨੇ 4 ਥਾਂ ਸੇ ਅੱਛਾ ਚਾਲੂ ਕੀ ਨਾਂ ਸਨ ਉਹਨਾਂ ਦੇ? ਉਹਨਾਂ ਨਾ ਉਹਨਾਂ ਦਾ ਕੋਈ ਨਹੀਂ ਪਤਾ ਕਿ ਕੀ ਹੈ ਸੀ ਜਿਆਦਾ ਮਸ਼ਹੂਰ ਅਮਰੂਦਾਂ ਵਾਲਾ ਚਾਰ ਉਹ ਸਨ ਬਾਕੀ ਭਰਨ ਵਾਲੇ ਪਿੰਡ ਦੀ ਆਬਾਦੀ ਵੇ ਖੂਬ ਸਨ 2 ਅੱਛਾ ਪਾਣੀ ਪੀਣ ਇੱਕ ਚੜ੍ਹਦੇ ਪਾਸੇ ਇੱਕ ਲੰਦੇ ਪਾਸੇ ਹਾਂ ਉਹ ਵੀ ਛੱਪੜ ਦੇ ਕੰਢੇ ਸੀ ਚੜ੍ਹਦੇ ਪਾਸੇ ਅੱਛਾ ਉਹ ਵੀ ਦੂਸਰਾ ਵੀ ਲੰਦੇ ਪਾਸੇ ਛੱਪੜ ਦੇ ਕਿਨਾਰੇ ਦੀ ਛੱਪੜ 2 ਸਨ ਪਿੰਡ ਦੇ ਛੱਪੜ 2 ਠੀਕ ਇੱਕ ਚੜ੍ਹਦੇ ਦੋਵੇਂ ਛੱਪੜ ਆ ਜੀ ਹਾਂ ਤੇ ਮਸਜਿਦ ਵਾਲੇ ਬਾਅਦ ਹੋਣੀ ਕੋਈ ਆ ਇਹ ਤਾਂ ਬਾਅਦ ਠੀਕ ਤੇ ਦੋਵੇਂ ਪੂਰੇ ਗਏ ਨੇ ਉਹ ਕਿਨਾ ਜਗ੍ਹਾ ਲੋਕਾਂ ਨੇ ਇਹਦੇ ਤੋਂ ਇਲਾਵਾ ਕੋਈ ਪੁਰਾਣੀ ਦਰਗਾਹ ਕੋਈ ਖਾਨਗਾ ਕਿਸੇ ਬਾਬੇ ਦੇ ਨਾਮ ਖਾਨਗਾ ਇੱਕ ਹੈ ਹਾਂ ਬਾਅਦ ਹੁਣ ਬਖਾਨੇ ਉਹਦੇ ਉੱਥੇ ਸੀ ਖਲਾਈ ਪੁਰਾਣਾ ਬੂਟਾ ਉਹਨੂੰ ਅਸੀਂ ਜਿਹੜਾ ਨਾ ਨਾਂ ਨਹੀਂ ਸੀ ਪਤਾ ਵੀ ਕੀ ਹੈ ਕੀ ਨਹੀਂ ਉਹ ਫਿਰ ਦਰਖਤ ਦੇ ਨਾਂ ਤੋਂ ਕਹਿੰਦੇ ਬਾਬਾ ਫਲਾਈ ਸ਼ਾਹ